ਹੈਲੋ ਸਟੂਡੈਂਟਸ, ਸੀ ਲੈਂਗੁਏਜ ਦੇ ਵਿੱਚ ਸਾਡਾ ਅੱਜ ਦਾ ਟੌਪਿਕ ਹੈ ਪਾਸ ਬਾਏ ਵੈਲਿਊ, ਪਾਸ ਬਾਏ ਰੈਫਰੈਂਸ ਐਂਡ ਰਿਕਰਜ਼ਨ। ਸਭ ਤੋਂ ਪਹਿਲਾਂ ਪਾਸਿੰਗ ਵੈਲਿਊ ਇਨ ਫੰਕਸ਼ਨ। ਵੈਲਿਊ ਪਾਸ ਕਰਨਾ ਕੀ ਹੁੰਦਾ ਗਾ? ਪਾਸਿੰਗ ਮੀਨਸ ਕਿ ਜੇਕਰ ਤੁਹਾਡੇ ਮੇਨ ਫੰਕਸ਼ਨ ਦੇ ਵਿੱਚ ਕੋਈ ਵੈਲਿਊ ਹੈ, ਸਪੋਜ਼ ਸਾਡੀ ਵੈਲਿਊ ਹੈ ਇੰਟ a ਇਕੁਅਲਸ ਟੂ 5, ਅਸੀਂ ਉਸ ਵੈਲਿਊ ਨੂੰ ਸ਼ੋ ਫੰਕਸ਼ਨ ਦੇ ਵਿੱਚ ਪਾਸ ਕਰ ਰਹੇ ਹਾਂਗੇ, ਤਾਂ ਉਸ ਸਮੇਂ ਅਸੀਂ ਬੋਲਦੇ ਹਾਂ ਪਾਸਿੰਗ ਵੈਲਿਊ। ਜਦੋਂ ਤੁਹਾਡਾ ਕਾਲਿੰਗ ਫੰਕਸ਼ਨ ਆਪਣੇ ਕਿਸੇ ਆਰਗੂਮੈਂਟ ਦੀ ਵੈਲਿਊ ਨੂੰ ਕਾਲਡ ਫੰਕਸ਼ਨ ਤੱਕ ਸੈਂਡ ਕਰ ਰਿਹਾ, ਦੈਟ ਮੀਨਸ ਉਹ ਕੀ ਕਰ ਰਿਹਾ, ਵੈਲਿਊ ਨੂੰ ਇੱਥੇ ਪਾਸ ਕਰ ਰਿਹਾ ਹੈਗਾ। means the value that are passed in the function call are called actual parameters। ਉਹ ਵੈਲਿਊ ਜਿਹੜੀ ਜਦੋਂ ਫੰਕਸ਼ਨ ਨੂੰ ਕਾਲ ਕੀਤਾ ਤੁਸੀਂ ਉਸ ਸਮੇਂ ਪਾਸ ਕਰ ਰਹੇ ਹੋ, ਉਹਨੂੰ ਅਸੀਂ ਐਕਚੁਅਲ ਆਰਗੂਮੈਂਟ ਬੋਲਦੇ ਹਾਂ। ਜਿਵੇਂ ਇੱਥੇ ਸ਼ੋ ਫੰਕਸ਼ਨ ਨੂੰ ਕਾਲ ਕੀਤਾ, ਤੁਸੀਂ ਇਹਦੀ ਵੈਲਿਊ ਪਾਸ ਕਰ ਰਹੇ ਹਾਂ, ਇਹ ਸਾਡਾ ਐਕਚੁਅਲ ਆਰਗੂਮੈਂਟ ਹੈ। The value received by the function are called the formal parameters। ਜਿਹੜੀ ਵੈਲਿਊ ਰਿਸੀਵ ਕੀਤੀ ਜਾ ਰਹੀ ਹੈ ਫੰਕਸ਼ਨ ਦੀ ਡੈਫੀਨੇਸ਼ਨ ਦੇ ਵਿੱਚ, ਜਿੱਦਾਂ ਕਿ b, ਉਹਨੂੰ ਅਸੀਂ ਬੋਲਾਂਗੇ ਇੱਥੇ ਫਾਰਮਲ ਆਰਗੂਮੈਂਟਸ, ਕਿਉਂਕਿ a ਦੀ ਵੈਲਿਊ ਨੂੰ ਇੱਥੇ b ਰਿਸੀਵ ਕਰ ਰਿਹਾ, ਇਹ ਸਾਡਾ ਐਕਚੁਅਲ ਆਰਗੂਮੈਂਟ ਅਤੇ b ਸਾਡਾ ਫਾਰਮਲ ਆਰਗੂਮੈਂਟ। ਜਾਂ ਅਸੀਂ ਬੋਲ ਸਕਦੇ ਹਾਂ the parameter that appear in function call। ਉਹ ਪੈਰਾਮੀਟਰ ਜਿਹੜੇ ਫੰਕਸ਼ਨ ਕਾਲ ਦੇ ਵਿੱਚ ਆਏ ਉਹ ਸਾਡੇ ਐਕਚੁਅਲ ਆਰਗੂਮੈਂਟ ਨੇ, ਅਤੇ ਫਾਰਮਲ ਆਰਗੂਮੈਂਟ ਦਾ ਪੈਰਾਮੀਟਰ ਦੈਟ ਅਪੀਅਰ ਇਨ ਫੰਕਸ਼ਨ ਡੈਕਲੇਰੇਸ਼ਨਸ, ਉਹ ਤੁਹਾਡੇ ਫਾਰਮਲ ਆਰਗੂਮੈਂਟਸ ਬੋਲੇ ਜਾਂਦੇ ਨੇ। ਦੋ ਮੈਥਡ ਨੇ ਤੁਹਾਡੇ ਕੋਲ ਵੈਲਿਊ ਪਾਸ ਕਰਨ ਦੇ। ਫਸਟ ਦੈਟ ਇਜ਼ ਪਾਸ ਬਾਈ ਵੈਲਿਊ ਐਂਡ ਸੈਕਿੰਡ ਇਜ਼ ਪਾਸ ਬਾਈ ਰੈਫਰੈਂਸ। ਸਭ ਤੋਂ ਪਹਿਲਾਂ ਪਾਸ ਬਾਈ ਵੈਲਿਊ। ਪਾਸ ਬਾਈ ਵੈਲਿਊ ਮੈਥਡ ਦੇ ਵਿੱਚ ਕਾਪੀ ਆਫ ਦਾ ਐਕਚੁਅਲ ਪੈਰਾਮੀਟਰ ਇਜ਼ ਪਾਸ ਟੂ ਦਾ ਕਾਲਡ ਫੰਕਸ਼ਨ। ਤੁਸੀਂ ਤੁਹਾਡੇ ਐਕਚੁਅਲ ਪੈਰਾਮੀਟਰ ਦੀ ਇੱਕ ਕਾਪੀ ਪਾਸ ਕਰੋਗੇ, ਮੀਨਸ ਕਿ ਜਿਹੜੀ ਵੈਲਿਊ ਨੂੰ ਪਾਸ ਕਰ ਰਹੇ ਹੋ ਉਹਦੀ ਜਸਟ ਇੱਕ ਕਾਪੀ ਪਾਸ ਕਰ ਰਹੇ ਹੋ, ਜਿਵੇਂ ਅਸੀਂ ਫੋਟੋਸਟੇਟ ਕਾਪੀ ਬੋਲ ਲਈਏ। ਕਾਲਿੰਗ ਐਂਡ ਕਾਲਡ ਫੰਕਸ਼ਨ ਹੈਵ ਟੂ ਇੰਡੀਪੈਂਡੈਂਟ ਕਾਪੀ ਆਫ ਦਾ ਸੇਮ ਵੈਲਿਊ। ਤੁਹਾਡੇ ਕਾਲਿੰਗ ਅਤੇ ਕਾਲਡ ਫੰਕਸ਼ਨ ਦੋਨਾਂ ਕੋਲ ਆਪਣੀ ਆਪਣੀ ਵੈਲਿਊ ਅਲੱਗ-ਅਲੱਗ ਹੋਏਗੀ, ਦੋਨੇ ਆਪਣੀ ਆਪਣੀ ਅਲੱਗ-ਅਲੱਗ ਕਾਪੀ ਰੱਖਣਗੇ ਵੈਲਿਊ ਦੀ। If the called modify the parameter value, the effect is not visible to the calling function। ਜੇਕਰ ਤੁਹਾਡੇ called function ਨੇ ਵੈਲਿਊ ਨੂੰ ਚੇਂਜ ਕਰ ਵੀ ਦਿੱਤਾ ਤਾਂ ਉਹਨੇ ਆਪਣੀ ਕਾਪੀ ਦੇ ਵਿੱਚ ਹੀ ਕੀਤਾ, ਦੂਸਰੇ ਉੱਪਰ ਇਫੈਕਟ ਉਸਦਾ ਵਿਜ਼ੀਬਲ ਨਹੀਂ ਹੋਏਗਾ। ਸਪੋਜ਼ ਤੁਸੀਂ ਇੱਕ ਫੰਕਸ਼ਨ ਦੇ ਵਿੱਚੋਂ ਵੈਲਿਊ ਨੂੰ ਦੂਸਰੇ ਦੇ ਵਿੱਚ ਪਾਸ ਕਰ ਰਹੇ ਹੋ ਤੇ ਇਹਦੀ ਵੈਲਿਊ ਪਾਸ ਕੀਤੀ ਜਾ ਰਹੀ ਹੈ, ਇਹਦੀ ਦੀ ਵੈਲਿਊ ਅਲੱਗ ਹੋਏਗੀ ਅਤੇ ਇਹਦੀ ਦੀ ਵੈਲਿਊ ਅਲੱਗ ਹੋਏਗੀ। ਤੁਹਾਡੇ ਕਾਲਡ ਫੰਕਸ਼ਨ ਦੁਆਰਾ a ਦੇ ਵਿੱਚ ਕੀਤੇ ਹੋਏ ਜਿਹੜੇ ਬਦਲਾਅ ਨੇ ਉਹ ਤੁਹਾਡੇ ਐਕਚੁਅਲ ਆਰਗੂਮੈਂਟ ਦੇ ਉੱਪਰ ਵਿਜ਼ੀਬਲ ਨਹੀਂ ਹੁੰਦੇ। ਕਿਉਂ? ਕਿਉਂਕਿ ਦੋਨਾਂ ਨੇ ਹੀ ਆਪਣੀਆਂ ਕਾਪੀਜ਼ ਅਲੱਗ-ਅਲੱਗ ਰੱਖੀਆਂ ਹੋਈਆਂ ਸੀ। ਨੈਕਸਟ ਪਾਸ ਬਾਈ ਵੈਲਿਊ ਦੀ ਇੱਕ ਐਗਜ਼ਾਮਪਲ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ। ਤਾਂ ਇਸ ਦੇ ਵਿੱਚ ਤੁਸੀਂ ਕੀ ਕੀਤਾ, ਮੇਨ ਫੰਕਸ਼ਨ ਦੇ ਵਿੱਚ ਇੱਕ ਵੇਰੀਏਬਲ ਲਿਆ ਇੰਟ a ਇਕੁਅਲਸ ਟੂ 10 ਅਤੇ ਸ਼ੋ ਫੰਕਸ਼ਨ ਨੂੰ ਕਾਲ ਕਰਦੇ ਸਮੇਂ ਅਸੀਂ a ਦੀ ਵੈਲਿਊ ਪਾਸ ਕੀਤੀ। ਤਾਂ ਸ਼ੋ ਫੰਕਸ਼ਨ ਕਾਲ ਹੋਇਆ ਤਾਂ ਅਸੀਂ ਸ਼ੋ ਫੰਕਸ਼ਨ ਕਾਲ ਆਵਾਂਗੇ ਨੀਚੇ, ਉਸ ਦੀ ਵੈਲਿਊ ਰਿਸੀਵ ਕੀਤੀ ਗਈ a ਦੁਆਰਾ, ਅਸੀਂ a ਨੂੰ ਇੱਥੇ ਪਲੱਸ ਪਲੱਸ ਕੀਤਾ ਤੇ ਇੱਥੇ ਕੀ ਜਿਹੜਾ ਮੇਨ ਦੀ a ਸੀ ਉਹਦੀ ਵੈਲਿਊ ਕਿੰਨੀ ਸੀ, ਉੱਪਰ 10, ਉਹਨੇ ਨੀਚੇ ਸ਼ੋ ਫੰਕਸ਼ਨ ਨੂੰ ਵੀ ਇੱਕ a ਦੀ ਕਾਪੀ ਭੇਜ ਦਿੱਤੀ, ਕਿੰਨੀ ਹੋ ਗਈ 10। ਇੱਥੇ ਇਹ ਸ਼ੋ ਦੀ a ਵੈਲਿਊ ਹੈ ਤੇ ਇੱਥੇ ਇਹ ਮੇਨ ਦੀ a ਵੈਲਿਊ ਹੈ। ਨੀਚੇ ਅਸੀਂ ਸ਼ੋ ਫੰਕਸ਼ਨ ਦੇ ਵਿੱਚ a ਦੇ ਵਿੱਚ ਪਲੱਸ ਪਲੱਸ ਕਰ ਰਹੇ ਹਾਂ, ਦੈਟ ਮੀਨਸ a ਦੀ ਵੈਲਿਊ ਨਿਕਲਣਾ ਇੰਕਰੀਜ਼ ਕਰ ਰਹੇ ਹਾਂ। ਤਾਂ ਸ਼ੋ ਫੰਕਸ਼ਨ ਨੇ ਆਪਣੀ ਵੈਲਿਊ ਨਿਕਲਣਾ ਇੰਕਰੀਜ਼ ਕੀਤਾ ਤਾਂ ਕਿੰਨੀ ਵੈਲਿਊ ਹੋ ਗਈ 11 ਹੋਣ ਤੋਂ ਬਾਅਦ ਅਸੀਂ ਉਸਦੀ ਵੈਲਿਊ ਪ੍ਰਿੰਟ ਕਰਾਈ ਤਾਂ ਤੁਹਾਡਾ ਆਨਸਰ ਸਕਰੀਨ 'ਤੇ ਆਇਆ 11। ਉਸ ਤੋਂ ਬਾਅਦ ਸ਼ੋ ਫੰਕਸ਼ਨ ਖਤਮ, ਵਾਪਸ ਅਸੀਂ ਗਏ ਨੈਕਸਟ ਸਟੇਟਮੈਂਟ ਤੇ ਉਸ ਦੇ ਵਿੱਚ ਅਸੀਂ ਫਿਰ ਕਹਿ ਰਹੇ ਹਾਂ ਪ੍ਰਿੰਟ ਐਫ a, ਬਟ ਹੁਣ ਪ੍ਰਿੰਟ ਐਫ a ਆਹ ਵਾਲੀ ਨਹੀਂ ਹੋਊਗੀ, ਸ਼ੋ ਦੀ ਇਹ ਨਹੀਂ ਪ੍ਰਿੰਟ ਹੋ, ਕਿਉਂਕਿ ਮੇਨ ਦੇ ਵਿੱਚ a ਨੂੰ ਪ੍ਰਿੰਟ ਕਰਨ ਨੂੰ ਕਹਿ ਰਿਹਾ ਤੇ ਮੇਨ ਆਪਣੀ ਵੈਲਿਊ ਪ੍ਰਿੰਟ ਕਰੂ ਤੇ ਉਸਦੀ ਵੈਲਿਊ ਕਿੰਨੀ ਹੈ 10। ਤਾਂ ਆਈ ਥਿੰਕ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਦੋਨਾਂ ਦੀਆਂ ਅਲੱਗ-ਅਲੱਗ ਕਾਪੀਜ਼ ਸੀਗੀਆਂ, ਇੱਕ ਦੁਆਰਾ ਕੀਤੇ ਗਏ ਚੇਂਜਸ ਦੂਸਰੇ ਦੇ ਉੱਪਰ ਇਫੈਕਟ ਨਹੀਂ ਕਰਦੇ। ਇਸ ਕਰਕੇ ਜਦੋਂ ਤੁਸੀਂ ਪ੍ਰੋਗਰਾਮ ਨੂੰ ਰਨ ਕਰੋਗੇ ਤੁਹਾਡਾ ਆਨਸਰ ਆਊਗਾ 11 10। ਸ਼ੋ ਫੰਕਸ਼ਨ ਦੀ ਭੇਜੀ ਹੋਈ ਵੈਲਿਊ ਦੇ ਅੰਦਰ ਇੱਕ ਕਾਪੀ ਗਈ ਹੈ, ਇਸ ਕਰਕੇ ਇਸਦੀ a ਦੀ ਵੈਲਿਊ ਅਲੱਗ ਹੈ ਤੇ ਇਸਦੀ a ਦੀ ਵੈਲਿਊ ਅਲੱਗ ਹੈ। ਇੱਕ ਦੁਆਰਾ ਕੀਤੇ ਗਏ ਚੇਂਜਸ ਦੂਸਰੇ ਦੇ ਉੱਪਰ ਇਫੈਕਟ ਨਹੀਂ ਪਾਉਂਦੇ। ਨੈਕਸਟ ਪਾਸ ਬਾਈ ਰੈਫਰੈਂਸ। ਪਾਸ ਬਾਈ ਰੈਫਰੈਂਸ ਮੈਥਡ ਦੇ ਵਿੱਚ ਦਾ ਮੈਮਰੀ ਐਡਰੈਸ ਆਫ ਦਾ ਸਟੋਰ ਡਾਟਾ ਇਜ਼ ਪਾਸਡ। ਤੁਸੀਂ ਵੈਲਿਊ ਦੀ ਕਾਪੀ ਨਾ ਪਾਸ ਕਰਕੇ ਉਸ ਚੀਜ਼ ਦਾ ਐਡਰੈਸ ਪਾਸ ਕਰੋਗੇ, ਉਸ ਨੂੰ ਅਸੀਂ ਪਾਸਿਸ ਐਨ ਆਰਗੂਮੈਂਟ ਬਾਈ ਰੈਫਰੈਂਸ ਵੀ ਬੋਲਦੇ ਹੈਗੇ। ਇਸ ਦੇ ਵਿੱਚ ਜਾਂ ਇਸ ਨੂੰ ਬੋਲਦੇ ਹਾਂ ਪਾਸ ਬਾਈ ਐਡਰੈਸ। ਕਾਲਿੰਗ ਐਂਡ ਕਾਲਡ ਫੰਕਸ਼ਨ ਯੂਜ਼ ਦਾ ਸੇਮ ਵੇਰੀਏਬਲ ਐਟ ਸੇਮ ਐਡਰੈਸ। ਤੁਹਾਡੇ ਦੋਨੋਂ ਹੀ ਫੰਕਸ਼ਨ ਕਾਲਿੰਗ ਅਤੇ ਕਾਲਡ ਇੱਕ ਹੀ ਜਗ੍ਹਾ ਤੋਂ ਵੈਲਿਊ ਨੂੰ
एक्सैस कर रहे हैं। चेंजिस टू द वैल्यू हैव एन इफैक्ट ऑन द ओरिजिनल डाटा, एक द्वारा किए गए चेंजिस दूसरे के उपर भी इफैक्ट पाउणगे। सपोज तुहाडे मेन फंक्शन की कोई वैल्यू है ए, जिसनों कि शो फंक्शन ने यूज़ करना, तो मेन ने ए की कॉपी ना पास करके ए दा एड्रैस पास किया, तो हुण ए भी इसे एड्रैस तो वैल्यू उठाऊगा तो मेन भी इसे एड्रैस तो जी वैल्यू उठाऊगा। मीनस दोनों एक ही एड्रैस तो वैल्यू में चक रहे हैं। दैट मीनस एक द्वारा किए गए चेंजिस दूसरे के उपर इफैक्ट पाउणगे, वो दूजे नूं भी विजिबल होणगे। इस दे प्रोग्राम के लिए तुसीं की करोगे, जिथे तुसीं मेन दे विच एक वैल्यू लई ए इक्वल्स टू 10, यानी कि मेन ने अपनी ए की वैल्यू 10 रख ली। सपोज करो मैमरी दे विच 200 जगह ते स्टोर है, 200 एड्रैस है मैमरी, जस्ट सपोज करन नूं कह रही है कि सपोज करो 200 एड्रैस ते स्टोर है। तो इत्थे हुण शो फंक्शन नूं जिथे कॉल किया जा रहा वो ए की वैल्यू पास ना करके एदा एड्रैस पास करूगा। तो एड्रैस कितना पास हो गया 200। हुण 10 वैल्यू नहीं पास हुई, इत्थे की पास होया 200 पास होया। आपां नूं ये कहा भी जिहड़ी भी वैल्यू ते तू काम करना वो 200 ते पई हुई है। उस तो बाद जेकर इधरों एड्रैस पास होया, मीनस इदा करके आप पास कर रहे हैं, एड्रैस बोलते तो उन्होंने रिसीव हमेशा पॉइंटर करते हैं। क्लीयर है, पॉइंटर ने वह एड्रैस रिसीव किया, असी क्या कि इस पॉइंटर ते पई हुई वैल्यू ने एक नाल इंक्रीज कर दे, तो वह कि वैल्यू ने कह रहा 200 ते, वो 200 एड्रैस ते गया तो उस वैल्यू ने एक ना इंक्रीज किया, तो कितनी वैल्यू होगी तुहाडी 11। 11 असीं इत्थे प्रिंट किया। प्रिंट करन तो बाद 11 नूं जदों असीं वापस जाने तुहाडे शो फंक्शन तुहाडे मेन फंक्शन ते, तो मेन भी तो वैल्यू उत्थों चक रहा सी। मेन ने भी की प्रिंट किया 11 और शो फंक्शन ने भी प्रिंट किया 11। मीनस कि शो द्वारा किए गए चेंजिस मेन की वैल्यू के विच भी होणगे, क्योंकि दोनों ने वैल्यू एक ही एड्रैस तो चक्की सी। एक द्वारा किए गए चेंजिस दूजे नूं भी विजिबल हुंदे ने। नैक्सट टॉपिक तुहाडा रिकरजन। रिकरजन मीनस व्हेन अ फंक्शन कॉल इट सैल्फ इज़ कॉल्ड रिकरजन। जो एक फंक्शन अपने आप नूं ही कॉल करता उन्होंने असीं रिकरजन बोलते। जिवें शो फंक्शन खुद नूं कॉल कर रहा, शो नूं बार बार कॉल करता, तो असीं उहनूं रिकरजन बोलते हैं। नोट, डिफाइन एन एग्जिट कंडीशन फ्रॉम द फंक्शन, अदरवाइज इट विल गो इंटू इनफाइनाइट लूप। तो रिकरजन के केस के विच हमेशा तुसीं तुहाडी एग्जिट कंडीशन रखो, मतलब कित्थे जाके शो नूं कॉल करना बंद करे, क्योंकि शो नूं शो फंक्शन कॉल कर ही जाऊगा। जेकर तुसीं उहनूं नहीं रोक रहे तो एटलीस्ट एक कंडीशन रखो जिथे जाके कि उन्होंने कॉल करना बंद कर दे। जिवें असीं बोल के 10 टाइम्स कॉल करे, 20 टाइम्स कॉल करें। इदां दे फंक्शनस नूं यूज़ किया जाता टू सॉल्व मैथमैटिकल प्रॉब्लम सच एज कैलकुलेटिंग द फैक्टोरियल ऑफ अ नंबर जनरेटिंग फैबनिक सीरीज़। तुसीं इसनूं यूज़ करदे हो फैक्टोरियल कैलकुलेट करने लई या फैबनिक सीरीज़ बनाउण दे लई रिकरजन नूं यूज़ किया जाता। एग्जाम्पल नाल देखते हैं असीं रिकरजन नूं। एग्जाम्पल दे विच असीं मेन फंक्शन दे विच शो नूं कॉल किया, ते शो फंक्शन एक हैलो मैसेज प्रिंट करवा रहा है, तो शो नूं भी कॉल कर रहा है। दैट मीनस जो असीं मेन तो शो नूं कॉल करके नीचे आवांगे, मेन तो शो नूं कॉल किया असीं नीचे आए, शो दे विच हैलो प्रिंट किया, फिर असीं क्या शो फंक्शन कॉल हुई, शो अपने आप नूं कॉल करू। दैट मीनस बार बार वो हैलो प्रिंट करता रहेगा। इस एग्जाम्पल नूं देखण दे लई ਤੁਹਾਡੀ ਜਿਹੜੀ ਇਸ ਪ੍ਰੋਗਰਾਮ ਨੂੰ ਤੁਸੀਂ ਰਨ ਕਰਕੇ ਦੇਖਿਓ, ਤਾਂ ਉਸ ਕੇਸ ਦੇ ਵਿੱਚ ਕੀ ਹੋਊਗਾ, ਤੁਹਾਡਾ ਪ੍ਰੋਗਰਾਮ ਬਾਰ-ਬਾਰ ਖੁਦ ਨੂੰ ਕਾਲ ਕਰ ਰਿਹਾ। ਦੈਟ ਮੀਨਸ ਰੁਕੂਗਾ ਹੀ ਨਹੀਂ, ਤਾਂ ਬਾਰ-ਬਾਰ ਆਨਸਰ ਹੈਲੋ 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 ਪ੍ਰਿੰਟ ਹੁੰਦਾ ਰਹੇਗਾ। ਇਸ ਲਈ ਇਸ ਪ੍ਰੋਗਰਾਮ ਨੂੰ ਇੱਦਾਂ ਦੇ ਪ੍ਰੋਗਰਾਮਸ ਨੂੰ ਬਣਾਉਣ ਦੇ ਕੇਸ ਦੇ ਵਿੱਚ ਤੁਸੀਂ ਧਿਆਨ ਰੱਖੋ ਕਿ ਤੁਹਾਡਾ ਸ਼ੋ ਫੰਕਸ਼ਨ ਸ਼ੋ ਨੂੰ ਖੁਦ ਨੂੰ ਮਤਲਬ ਕਾਲ ਕਰਨਾ ਕਿੱਥੇ ਬੰਦ ਕਰੂਗਾ। ਇਸ ਲਈ ਤੁਸੀਂ ਉਸਦੀ ਇੱਕ ਐਗਜ਼ਿਟ ਕੰਡੀਸ਼ਨ ਰੱਖੋ, ਮੀਨਸ ਕਿ ਸ਼ੋ ਫੰਕਸ਼ਨ ਖੁਦ ਨੂੰ ਕਾਲ ਕਰਨਾ ਕਦੋਂ ਬੰਦ ਕਰੇ। तो इस दे विच लई असीं एक वेरीएबल लै लिया इंट ए इक्वल्स टू 0। मेन दे विच शो फंक्शन नूं कॉल किया, शो फंक्शन दे विच आके असीं हैलो प्रिंट कर रहे हैं। बट असीं एक कंडीशन दित्ती है कि जिन्ना टाइम ए 10 तो छोटी उन्ना टाइम ही शो नूं कॉल करे, उस तो बाद शो फंक्शन नूं कॉल नहीं की जाऊगी। तो उस दे लई असीं एक वेरीएबल ए 0 तो शुरू करके 10 तक चलावांगे, यानी कि 10 टाइम्स तुहाडे शो फंक्शन शो नूं ही कॉल करूगा, तो 10 टाइम्स वो हैलो प्रिंट करके दिखाएगा। थैंक यू।